ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਸ ਪਾਂਚਵੇਂ ਪੌਣ ਆਹਾਰੀ, ਜੀਤ ਸਵਾਸ ਲੀਨੇ ਇੱਕ ਵਾਰੀ। ਮਾਸ ਪਾਂਚਵੇਂ ਪੌਣ ਆਹਾਰੀ, ਜੀਤ ਸਵਾਸ ਲੀਨੇ ਇੱਕ ਵਾਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੈਸੇ ਜਲ ਤੋਇ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮਿਲੇ ਜੈਸੇ ਕੇ ਸੋ ਪਿਆਨ ਹੈ। ਜੈਸੇ ਬਿਨ ਮਾਂਜੇ ਦਰਪਨ ਜੋਤਹੀਨ ਹੋਤ, बर काव्योन जैसे खेत में थान है। जैसे बिन दीपक पावन अंधकार होत, लोन कृत बिन वैसे से भोजन समान है। तैसे बिन साध संगत जन्म मरण दुख, मिटत न ब्रह्म भय बिन गुर ज्ञान है। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਧਰੋ ਭਗਤ ਦੇ ਮਨ ਦੇ ਅੰਦਰ ਕਿਹੋ ਜਿਹਾ ਬੈਰਾਗ ਪੈਦਾ ਹੋਇਆ, ਜਦੋਂ ਦੀ ਮਤਰੇ ਮਾਂ ਨੇ ਮੁੱਖ ਦੇ ਉੱਪਰ ਦਬ ਦਬ ਕਰਕੇ ਚਪੇੜਾਂ ਮਾਰੀਆਂ। ਮਾਤਾ ਨੇ ਸਮਝਾਇਆ, ਪੁੱਤ ਅਗਰ ਤੈਨੂੰ ਰਾਜ ਭਾਗ ਪ੍ਰਾਪਤ ਕਰਨ ਦੀ ਇੱਛਾ ਹੈ, ਫਿਰ ਇਹੋ ਜੀ ਤਪੱਸਿਆ, ਇਹੋ ਜੀ ਪ੍ਰੇਮਾ ਭਗਤੀ ਕਰਨੀ ਪੈਗੀ। ਸੁਣ ਕਰਕੇ ਇਹੋ ਜਿਹੀ ਉਦਾਸੀ ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮਨ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਪਰ ਜਦੋਂ ਨਾਰਦ ਮੁਨੀ ਜੀ ਦਾ ਰਾਹ ਦੇ ਵਿੱਚ ਹੋਇਆ ਮਿਲਾਪ, ਪੁੱਛਿਆ, ਬੇਟਾ ਤੂੰ 5 ਸਾਲ ਦੀ ਉਮਰ ਦੇ ਵਿੱਚ ਕਿੱਧਰ ਨੂੰ ਚੱਲੇ ਹੈ? ਕਹਿਣ ਲੱਗਿਆ, ਰਿਸ਼ੀ ਜੀ ਮੇਰੇ ਮਨ ਦੇ ਵਿੱਚ ਬੜਾ ਦੁੱਖ ਹੈ, ਬੜੀ ਪੀੜਾ ਪੈਦਾ ਹੋ ਚੁੱਕੀ ਹੈ। ਮਤਰੇ ਮਾਂ ਨੇ ਜੋ ਮੇਰੇ ਨਾਲ ਵਧੀਕੀ ਕੀਤੀ ਸੀ, ਮਨ ਦੇ ਵਿੱਚ ਬੜਾ ਗੁੱਸਾ ਕ੍ਰੋਧ ਧਾਰਨ ਕਰਦੇ ਹੋਇਆ। ਪਹਿਲਾਂ ਤਾਂ ਨਾਰਦ ਮੁਨੀ ਜੀ ਨੇ ਬੜੇ ਇਹੋ ਜਿਹੇ ਵਚਨ ਕੀਤੇ, ਧਰੂ ਭਗਤ ਦੇ ਨਾਲ ਵੀ ਦੇਖਦੇ ਆ ਕੱਚਾ ਜਾਂ ਪੱਕਾ ਹੈ, ਕਿਤੇ ਐਵੇਂ ਤਾਂ ਨਹੀਂ।
ਮਾੜੀ ਜੀ ਗੱਲ ਪਿੱਛੇ ਨੇ ਮਨ ਦੇ ਵਿੱਚ ਬੜਾ ਵੈਰਾਗ ਧਾਰਨ ਕੀਤਾ ਹੋਇਆ ਹੈ। ਪਰ ਜਦੋਂ ਤਰੋ ਭਗਤ ਦੀਆਂ ਗੱਲਾਂ ਤੋਂ ਹੋਈ, ਨਾਰਦ ਮੁਨੀ ਜੀ ਨੇ ਮਨ ਦੇ ਵਿੱਚ ਅਨੁਮਾਨ ਅੰਦਾਜ਼ਾ ਲਗਾ ਲਿਆ ਵੀ ਇਹਨੇ ਤਾਂ ਹੁਣ ਮਰਨਾ ਹੀ ਮਿਥ ਲਿਆ। ਚਿੱਤ ਦੇ ਵਿੱਚ ਬਥੇਰਾ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਉੱਥੇ ਤਾਂ ਇਹੋ ਜਿਹੇ ਬੜੇ ਖੂੰਖਾਰ ਜਾਨਵਰ, ਸ਼ੇਰ, ਚੀਤੇ, ਬਘਿਆੜੇ ਖੁੱਲ੍ਹੇ ਜੰਗਲਾਂ ਦੇ ਵਿੱਚ ਫਿਰਦੇ ਹਨ। ਕੋਈ ਪਤਾ ਨਹੀਂ ਕਿਸੇ ਜੰਗਲੀ ਜਾਨਵਰ ਨੇ ਤੇਰੀ ਇੱਕੋ ਹੀ ਗਰਾਈ ਕਰਨੀ ਹੈ। ਜੇ ਚੰਗੀ ਚਾਹੁੰਦਾ ਮੁੜ ਜਾ ਵਾਪਸ ਆਪਣੇ ਘਰ ਨੂੰ। ਪਰ ਤਰੋਪਾ ਜੀ ਕਹਿਣ ਲੱਗੇ, ਰਿਸ਼ੀ ਜੀ ਕੁਝ ਵੀ ਹੋ ਜਾਏ ਪਰ ਮੈਂ ਪਿੱਛੇ ਨੂੰ ਕਦੇ ਵੀ ਕਦਮ ਨਹੀਂ ਉਠਾਉਣਾ ਹੈ। ਹੁਣ ਧਰੁਵ ਭਗਤ ਜੀ ਨੂੰ ਜਦੋਂ ਜਿਹੜਾ ਸੀ ਉਸ ਸਮੇਂ ਦਾ ਖੋੜਸ਼ ਅੱਖਰਾਂ ਦਾ ਜਾਪ, ਓ ਨਮੈ ਭਗਤ ਵਾਸੁਦੇਵ, ਇਹ ਦ੍ਰਿੜ ਕਰਵਾਇਆ। ਕਹਿਣ ਲੱਗੇ ਵੀ ਜੇ ਤੂੰ ਇਹਨੂੰ ਬੜੇ ਹੱਟ ਦੇ ਨਾਲ ਕਰ ਲਏਗਾ ਨਾ, ਇਹਦੀ ਸਾਧਨਾ 7 ਕੁ ਦਿਨਾਂ 'ਚ ਦੇਵੀ ਦੇਵਤਿਆਂ ਦੇ ਤੈਨੂੰ ਸਾਹਮਣੇ ਦਰਸ਼ਨ ਹੋ ਜਾਣੇ ਹਨ। ਇਹੋ ਜਿਹਾ ਬੜਾ ਹੱਟ ਧਰੁਵ ਭਗਤ ਨੇ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ। ਪਹਿਲਾਂ ਇਹਨੇ ਕੁਝ ਕੁ ਟਾਈਮ ਫਲ ਵਗੈਰਾ ਕਰਕੇ ਆਪਣੀ ਭੁੱਖ ਦੂਰ ਕੀਤੀ। ਅਗਲੇ ਮਹੀਨੇ ਸੁੱਕੇ ਪੱਤੇ ਖਾਣ ਲੱਗ ਪਿਆ। ਉਹ ਵੀ 9 ਦਿਨਾਂ ਤੋਂ ਬਾਅਦ ਜਦੋਂ ਆ ਗਿਆ ਤਪੱਸਿਆ ਕਰਦਿਆਂ 5ਵਾਂ ਮਹੀਨਾ, ਫਿਰ ਤਾਂ ਇਹਨੇ ਫਲ ਔਰ ਦਰਖਤਾਂ ਦੇ ਸੁੱਕੇ ਹੋਏ ਪੱਤੇ ਉਹ ਵੀ ਖਾਣੇ ਬੰਦ ਕਰ ਦਿੱਤੇ। ਭੌਣਹਾਰੀ ਬਣ ਗਏ। ਧਰੁਵ ਭਗਤ ਜੀ ਸਹਿਜੇ ਸਹਿਜੇ ਜਿਵੇਂ ਜਿਵੇਂ ਇਹਨਾਂ ਨੇ ਕੀਤੀ ਸਾਧਨਾ, ਜਿਹੜਾ ਮਨ ਬੜਾ ਚੰਚਲ ਹੈ, ਇਹਦਾ ਸੁਭਾਅ ਉਹਦਾ ਅਨਾਦਿ ਕਾਲ ਤੋਂ ਐਸੇ ਹੀ ਪੱਕਿਆ ਹੋਇਆ। ਸੰਕਲਪ ਵਿਕਲਪੋ ਹੀ ਮਨਾ, ਇਹਦਾ ਰੂਪ ਕੀ ਹੈ? ਇਹਨੇ ਬਸ ਅੰਦਰੋਂ ਅੰਦਰ ਹੀ ਅੱਠੇ ਪੈਰ ਦਿਨ ਰਾਤ ਸੰਕਲਪ ਵਿਕਲਪ ਕਰਦੇ ਹੀ ਰਹਿਣਾ ਹੈ। ਪਰ ਜਿਹੜਾ ਜਗਿਆਸੂ ਇਹਦੇ ਉੱਪਰ ਸਾਵਧਾਨੀ ਵਰਤਦਿਆਂ ਹੋਇਆਂ ਹੌਲੀ ਹੌਲੀ ਇਹਨੂੰ ਜਦੋਂ ਆਪਣੇ ਵਾਅਦੇ ਵਿੱਚ ਕਰ ਲੈਂਦੇ ਹਨ, ਜਦੋਂ ਕਿਤੇ ਨਿਕਲ ਗਿਆ ਬਾਹਰ, ਜਿਵੇਂ ਹੁੰਦਾ ਨਾ ਆ ਰਿਹਾ ਡੰਗਰ, ਉਹਨੇ ਬਸ ਜਿਹੜੀ ਵੀ ਫਸਲ ਜ਼ਿਮੀਂਦਾਰ ਦੀ ਅੱਗੇ ਆ ਗਈ ਮੂੰਹ ਪਾ ਹੀ ਲੈਣਾ। ਮਾਲਕ ਦੇ ਰੋਕਦਿਆਂ ਪਰ ਜਦੋਂ ਵਿਚਾਰਾ ਜ਼ਿਮੀਂਦਾਰ ਦੇਖਿਆ ਵੀ ਇਉਂ ਤਾਂ ਨਹੀਂ ਇਹਨੇ ਲੋਟ ਆਉਣਾ, ਇਹ ਤਾਂ ਰੋਜ਼ ਦੀ ਰੋਜ਼ ਕਿਸੇ ਨਾ ਕਿਸੇ ਦੀ ਫਸਲ ਨੂੰ ਚਰ ਲੈਂਦਾ ਨਾ। ਰਾਹ ਦੇ ਵਿੱਚ ਜਾਂਦੇ ਹੋਇਆਂ ਉਹਨੂੰ ਫਿਰ ਬਸ ਕਰਨ ਦੇ ਲਈ ਉਹਦੇ ਗਲ ਦੇ ਵਿੱਚ ਮੋਟੀ ਜੀ ਲੱਕੜ ਦਾ ਪਾ ਦਿੰਦੇ ਨੇ, ਡਾਹਾ ਕਹਿੰਦੇ ਨੇ ਜਿਹਨੂੰ। ਜਦੋਂ ਭੱਜੂ ਨਾਲ ਦੀ ਨਾਲ ਉਹਦੀਆਂ ਲੱਤਾਂ 'ਤੇ ਵੱਜਣ ਲੱਗ ਜਾਂਦਾ ਹੈ। ਉਹਦੀ ਜਿਹੜੀ ਭੱਜ ਦੌੜ ਉਸ ਡਾਹੇ ਦੇ ਨਾਲ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਮਨ ਦਾ ਜਿਹੜਾ ਸੁਭਾਅ ਭਰਿਆ ਡੰਗਰ ਤੋਂ ਦਾ ਕਈ ਗੁਣਾ ਜ਼ਿਆਦਾ ਚੰਚਲ ਮੰਨਿਆ ਗਿਆ ਵੀ ਜਿਹੜਾ ਜਗਿਆਸੂ ਇਸ ਮਨ ਰੂਪੀ ਭਰਿਆ ਡੰਗਰ ਦੇ ਆਪਣਾ ਗੁਰੂ ਦਾ ਸ਼ਬਦ ਰੂਪੀ ਪਾ ਦਿੰਦੇ ਨੇ ਡਾਹ। ਸਾਂਝੀ ਮਹਾਰਾਜ ਵੀ
ਬੜੇ ਹੋ ਜੇ ਪ੍ਰਮਾਣ, ਬੜੀਆਂ ਹੋ ਜੀਆਂ ਉਦਾਹਰਣਾਂ ਦੇ ਕਰਕੇ ਸੰਗਤਾਂ ਨੂੰ ਸਮਝਾਇਆ ਕਰਦੇ ਸੀ ਵੀ ਜਿਵੇਂ ਹੁੰਦਾ ਹੈ ਉਹ ਵਾਰਾ ਕੂਕਰ ਉਹ ਵੀ ਕਦੇ ਟਿਕਿਆ ਨਹੀਂ ਬਹਿੰਦਾ, ਪਰ ਜਦੋਂ ਮਾਲਕ ਨੇ ਪਾਤੀ ਨਾ ਉਹਦੇ ਗਲ ਦੇ ਵਿੱਚ ਲੋਹੇ ਦੀ ਸੰਗਲੀ ਕਿੱਲੇ ਦੇ ਨਾਲ ਬੰਨ੍ਹ ਦਿੰਦੇ ਹਨ। ਪਹਿਲਾਂ ਤਾਂ ਬਥੇਰਾ ਭੌਂਕਦਾ ਭੂਕਦਾ ਵੀ ਹੈ, ਉੱਚੀ ਉੱਚੀ ਆਵਾਜ਼ ਦੇ ਨਾਲ ਛੁਟਕਾਰਾ ਪਾਉਣ ਦੇ ਲਈ ਪਾਂਚੇ ਪੂੰਚੇ ਬੜੇ ਮਾਰਦਾ ਰਹਿੰਦਾ ਹੈ ਧਰਤੀ ਦੇ ਉੱਪਰ ਹੀ। ਪਰ ਥੋੜ੍ਹੇ ਦਿਨਾਂ ਬਾਅਦ ਜਿਵੇਂ ਜਿਵੇਂ ਉਹਦਾ ਸੁਭਾਅ ਪੱਕ ਗਿਆ, ਉਹ ਵੀ ਆਪਣੀ ਥਾਂ 'ਤੇ ਟਿਕ ਕਰਕੇ ਬੈਠ ਜਾਏਗਾ। ਹੁਣ ਧਰੋਂ ਭਗਤ ਨੇ ਵੀ ਸਾਧਨਾ ਕਰਦਿਆਂ ਆਪਣੇ ਮਨ ਦੇ ਉੱਪਰ ਬੜਾ ਕੰਟਰੋਲ ਕਰ ਲਿਆ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਸ ਪਾਂਚਵੇਂ ਪੌਣ ਆਹਾਰੀ। ਹੁਣ ਪੰਜਵੇਂ ਮਹੀਨੇ ਦੇ ਵਿੱਚ ਧਰੋਂ ਭਗਤ ਨੇ ਆਪਣਾ ਜਿਹੜਾ ਟਾਈਮ ਬਿਲਕੁਲ ਪੌਣ ਆਹਾਰੀ ਹੋ ਕਰਕੇ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀਤ ਸਵਾਸ ਲੀਨੇ ਇੱਕ ਵਾਰੀ। ਥੋੜੇ ਟਾਈਮ ਦੇ ਅੰਦਰ ਅੰਦਰ ਹੀ ਇਹਨੇ ਆਪਣੇ ਪ੍ਰਾਣਾਂ ਨੂੰ ਆਪਣੇ ਮਨ ਦੇ ਉੱਪਰ ਫਤਿਹ ਪ੍ਰਾਪਤ ਕਰ ਲਈ ਹੈ। ਏਕ ਚਰਨ ਪਰ ਹਵੈ ਕਰ ਠਾਂਡੋ। ਕਈ ਦਫਾ ਧਰੋਂ ਭਗਤ ਬਸ ਇੱਕ ਪੈਰ ਦੇ ਭਾਰ ਤੇ ਖੜਿਆ ਹੋ ਕੇ ਥੋੜਾ ਲੰਮਾ ਸਮਾਂ ਉਸੇ ਤਰ੍ਹਾਂ ਹੀ ਤਪੱਸਿਆ ਕਰਦੇ ਰਹਿੰਦੇ ਹਨ। ਭਇਓ ਬਿਟਪ ਨਿਆਈ ਅਤ ਗਾਢੋ। ਇਹੋ ਜਿਹਾ ਹੱਠ ਮਨ ਦੇ ਵਿੱਚ ਧਾਰਨ ਕਰ ਲਿਆ ਨਾ, ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜ ਸੋ ਰੱਬ ਨਾ ਬੋੜਿਓ। ਦੇਖ ਬੰਦੇ ਕੇ ਪਾ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਇਹ ਦੋ ਨੈਣਾ ਮਤ ਛੋਹ ਪੈਰ ਦੇਖਣ ਕੀ ਆਸ। ਬਾਬਾ ਫਰੀਦ ਨੇ ਵੀ ਆਪਣੇ ਜਿਸਮ ਦੀ ਇਹੋ ਜੀ ਜਦੋਂ ਨਾ ਹਾਲਤ ਬਣਾ ਲਈ, ਸੁੱਕ ਕਰਕੇ ਇੱਕ ਹੱਡੀਆਂ ਦਾ ਪਿੰਜਰ ਬਣ ਗਿਆ। ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਕ ਅਜੈ ਸੋ ਰੱਬ ਨ ਬੋੜਿਓ। ਦੇਖੋ ਬੰਦੇ ਕੇ ਪਾਕ ਕਾਂ ਨੂੰ ਸੰਬੋਧਨ ਕਰਦੇ ਹੋਇਆ ਬਾਬਾ ਫਰੀਦ ਜੀ ਨੇ ਵੀ ਐਸੇ ਬਚਨ ਕੀਤੇ ਹੋਏ ਨੇ। ਸ਼ਲੋਕਾਂ ਜਿਵੇਂ ਹੁੰਦਾ ਹੈ, ਕਾਂ ਦਾ ਸੁਭਾਅ ਪੱਕਿਆ ਹੋਇਆ, ਉਹਨੇ ਮੁਰਦੇ ਦੀ ਪਰਖ ਕਰਨ ਦੇ ਲਈ ਪਹਿਲਾਂ ਪੈਰਾਂ ਵੱਲੋਂ ਹੌਲੀ ਹੌਲੀ ਠੁੰਗਾ ਮਾਰਨੀਆਂ ਸ਼ੁਰੂ ਕਰਨੀਆਂ। ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ। ਹੌਲੀ ਹੌਲੀ ਠੁੰਗਾ ਮਾਰਦਾ ਮਾਰਦਾ ਆਉਂਦਾ, ਫਿਰ ਨੇਤਰਾਂ ਦੇ ਵੱਲ ਬਾਬਾ ਫਰੀਦ ਜੀ ਕਹਿਣ ਲੱਗੇ, ਤੂੰ ਤਾਂ ਪਹਿਲਾਂ ਹੀ ਮੇਰੀਆਂ ਅੱਖਾਂ ਦੇ ਵਿੱਚ ਠੁੰਗਾ ਮਾਰਨ ਦੀ ਤਿਆਰੀ ਕਰ ਲਈ ਹੈ। ਮੈਂ ਤਾਂ ਅਜੇ ਇਹਨਾਂ ਦੇ ਨਾਲ ਆਪਣੇ ਖੁਦਾ ਦੇ ਉਸ ਪਰਮਾਤਮਾ ਦੇ ਦਰਸ਼ਨ ਕਰਨੇ ਚਾਹੁੰਦਾ। ਹੁਣ ਧਰੋਂ ਭਗਤ ਵੀ ਜਦੋਂ ਇੱਕ ਪੈਰ ਦੇ ਪਾਰ ਖਲੋ ਕਰਕੇ ਤਪੱਸਿਆ ਕਰਨ ਲੱਗ ਪਏ, ਇਉਂ ਲੱਗਦਾ ਸੀ ਵੀ ਜਿਵੇਂ ਇਹਨਾਂ ਨੇ ਬਸ ਆਪਣਾ ਜਿਹੜਾ ਇੱਕ ਦਰਖਤ ਦਾ ਰੂਪ ਧਾਰਨ ਕਰ ਲਿਆ। ਸਭ ਦਿਸ਼ ਤੇ ਮਨ ਰੋਕਨ ਕੀਨੋ। ਸਭ ਦਿਸ ਤੇ ਮਨ ਰੋਕਣ ਕੀਨੋ, ਬਿਲਕੁਲ
ਤਰੋ ਭਗਤ ਨੇ ਇਹੋ ਜੀ ਸਾਧਨਾ ਕੀਤੀ ਨਾ, ਇਕਾਂਤ ਰੋਈਆਂ ਬਿਆਵਾਨਾਂ 'ਚ ਰਹਿੰਦਿਆਂ ਹੋਇਆਂ ਚਾਰੇ ਪਾਸਿਆਂ ਤੋਂ ਮਨ ਦੇ ਜਿਹੜੇ ਫੁਰਨੇ ਸਾਰੇ ਹੀ ਨਾਸ ਕਰ ਦਿੱਤੇ ਹਨ। ਸ੍ਰੀ ਕਰਤਾਰ ਚਰਨ ਮਹਿ ਦੀਨੋ। ਆਪਣਾ ਜਿਹੜਾ ਚੰਚਲ ਮਨ ਸੰਸਾਰ ਦੇ ਵੱਲੋਂ ਹਟਾ ਕੇ ਫਿਰ ਕੀ ਕੀਤਾ, ਇਹਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਅੱਟੇ ਪੈਰ ਦਿਨ ਰਾਤ ਜੋੜਨ ਲੱਗ ਪਏ ਹਨ। ਜੋ ਮਹਿ ਦਾਦਿਕ ਬਹੁਰ ਪ੍ਰਧਾਨਾ। ਹੁਣ ਜਿਹੜੇ ਇਸ ਸ੍ਰਿਸ਼ਟੀ ਦੇ ਮੂਲ ਕਾਰਨ ਹਨ, ਪ੍ਰਕਿਰਤੀ ਹੈ, ਮੈਂ ਤੱਤ ਹੈ, ਹੰਕਾਰ ਹੈ, ਇਹਨਾਂ ਤੋਂ ਆਪਣੀ ਜਿਹੜੀ ਬ੍ਰਿਤੀ ਤਰੋ ਭਗਤ ਨੇ ਬਿਲਕੁਲ ਉਠਾ ਲਈ ਹੈ। ਸਭ ਕੋ ਹੈ ਆਧਾਰ ਭਗਵਾਨਾ। ਇਸ ਜਿਹੜੀ ਪ੍ਰਕਿਰਤੀ ਹੈ, ਮੈਂ ਤੱਤਵ ਹੈ ਔਰ ਅਹੰਕਾਰ, ਇਹਦਾ ਆਧਾਰ ਰੂਪ ਕੀ ਹੈ? ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਉਹਦੇ ਵਿੱਚ ਆਪਣੇ ਮਨ ਨੂੰ ਤਰੋ ਭਗਤ ਨੇ ਜਦੋਂ ਜੋੜ ਦਿੱਤਾ ਸੀ, ਤੇਹ ਕੋ ਧਿਆਨ ਅਡੋਲ ਸੋ ਧਰ ਹੁਣ ਕੈ। ਉਸ ਭਗਵਾਨ ਦਾ ਜਿਹੜਾ ਧਿਆਨ ਬਿਲਕੁਲ ਅਡੋਲ ਆਪਣੇ ਮਨ ਦੇ ਵਿੱਚ ਧਾਰਨ ਕਰ ਲਿਆ। ਰਹੇ ਉਠਾਂਡ ਉਰ ਦ੍ਰਿੜਤਾ ਕਰਕੇ। ਬੜੀ ਦ੍ਰਿੜਤਾ ਪਰਪੱਕਤਾ ਹੀ ਐਸੀ ਤਰੋ ਭਗਤ ਨੇ ਮਨ ਦੇ ਵਿੱਚ ਧਾਰਨ ਕੀਤੀ ਹੋਈ ਹੈ। ਰੋਕ ਸਵਾਸ ਜਬ ਕੀਏ ਅਸ ਕਰਨੀ। ਪਰ ਜਦੋਂ ਆਪਣੇ ਸਵਾਸਾਂ ਨੂੰ ਰੋਕਦਿਆਂ ਇਹੋ ਜੀ ਬਹੁਤ ਵੱਡੀ ਮਾਨ ਘਾਲਣਾ ਕਾਲੀ ਰੋਈਆਂ ਬਿਆਵਾਨਾਂ 'ਚ ਭੁੱਖੇ ਔਰ ਧਿਆਇਆਂ ਰਹਿੰਦਿਆਂ ਹੋਇਆਂ ਡਗਮਗ ਡੋਲ ਗਈ ਸਭ ਧਰਨੀ। ਤਰੋ ਭਗਤ ਨੇ ਜਿਹੜਾ ਨਾ ਇਹ ਪਰਮਾਤਮਾ ਦਾ ਬੈਰਾਟ ਰੂਪ ਇੱਕ ਸਰਗੁਣ ਅਤੇ ਨਿਰਗੁਣ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਮੋਈ। ਤੀਸਰਾ ਜਿਹੜਾ ਹੈ ਵਾਹਿਗੁਰੂ ਦਾ ਬੈਰਾਟ ਸਰੂਪ, ਜਿਹਦੇ ਵਿੱਚ ਸਾਰੀ ਪ੍ਰਕਿਰਤੀ ਆ ਜਾਂਦੀ ਹੈ, ਉਹਦਾ ਜਿਹੜਾ ਧਿਆਨ ਤਰੋ ਭਗਤ ਨੇ ਆਪਣੇ ਮਨ ਦੇ ਅੰਦਰ ਧਾਰਨ ਕੀਤਾ ਹੋਇਆ। ਸਭ ਕੇ ਸਵਾਸ ਰੁਕੇ ਤੇਹ ਕਾਲਾ। ਜਦੋਂ ਤਰੋ ਭਗਤ ਨੇ ਆਪਣੇ ਸਵਾਸ ਰੋਕ ਲਏ, ਸਾਧਨਾ ਕਰਦਿਆਂ ਵੀ ਜਿਤਨੇ ਵੀ ਜੀਵ ਬੈਰਾਟ ਰੂਪ ਦੇ ਵਿੱਚ ਪੈਦਾ ਹੋਏ ਸੀ, ਉਹਨਾਂ ਦੇ ਵੀ ਜਿਹੜੇ ਸਵਾਸ ਹੌਲੀ ਹੌਲੀ ਰੋਕਣ ਲੱਗ ਪਏ ਹਨ। ਜੇ ਕਿਤੇ ਸਾਹ ਆਪਣਾ ਰੋਕਣ ਲੱਗ ਜਾਏ, ਕਿਤਨੀ ਤਕਲੀਫ, ਕਿਤਨਾ ਦੁੱਖ ਫਿਰ ਸਰੀਰ ਦੇ ਵਿੱਚ ਪੈਦਾ ਹੋ ਜਾਂਦਾ ਹੈ। ਜਗ ਮੈਂ ਖਰ ਭਰ ਪਰਿਓ ਵਿਸਾਲਾ। ਜਦੋਂ ਜੀਵਾਂ ਦੇ ਸਵਾਸਾਂ ਦੇ ਉੱਪਰ ਵੀ ਨਾ ਇਹੋ ਜਿਹਾ ਅਸਰ ਹੋਇਆ, ਸਾਰਿਆਂ ਦੇ ਮਨ ਦੇ ਵਿੱਚ ਬੜੀ ਘਬਰਾਹਟ ਪੈਦਾ ਹੋਣ ਲੱਗ ਵੀ ਆ ਕੀ ਗੱਲ, ਸਾਡੇ ਤਾਂ ਸਵਾਸ ਹੀ ਬੜੇ ਔਖੇ ਚੱਲਣ ਲੱਗ ਪਏ ਹਨ। ਤੇਹ ਛਿਨ ਅਮਰ ਗਏ ਹਰ ਸ਼ਰਨਾ। ਇਹੋ ਜੀ ਦੁਖਦਾਈ ਹਾਲਤ ਦੁਨੀਆ ਦੇ ਲੋਕਾਂ ਦੀ ਦੇਖਦਿਆਂ ਹੋਇਆਂ ਦੇਵਤੇ ਇਕੱਠੇ ਹੋ ਕੇ ਉਸ ਸਮੇਂ ਵਿਸ਼ਨੂੰ ਭਗਵਾਨ ਜੀ ਦੇ ਪਾਸ ਹਾਜ਼ਰ ਹੋ ਗਏ ਹਨ। ਇਕ ਮਨ ਹਵੈ ਬਹੁ ਵਿਦ ਜਸ ਬਰਨਾ। ਸਾਰੇ ਦੇਵਤਿਆਂ ਨੇ ਇੱਕ ਮਨ ਇੱਕ ਚਿਤ ਹੋ ਕਰਕੇ ਵਾਰ-ਵਾਰ ਆਪਣੇ ਬਾਲਕ ਸੁਆਮੀ ਵਿਸ਼ਨੂੰ ਭਗਵਾਨ ਦੀ ਬੜੀ ਵਡਿਆਈ ਤਾਰੀਫ ਉਚਾਰਨ ਕੀਤੀ ਹੈ। ਹੇ ਈਸ਼ਵਰ ਕਿਉਂ ਰੁਕ ਗਏ ਸਵਾਸਾ। ਇਹ ਦੀਨ ਦੁਨੀਆ ਦੇ ਮਾਲਕ ਭਗਵਾਨ ਕੀ ਗੱਲ ਹੋ ਗਈ, ਔਰ ਸਾਰੇ ਜਿਹੜੇ ਜੀਵਾਂ ਦੇ ਆਉਣ ਵਾਲੇ ਸਾਹ ਇਹ ਤਾਂ ਬੜਾ ਰੋਕਣ ਲੱਗ ਪਏ ਹਨ। ਦੁਖਿਓ ਜਗਤ ਦੀਜੈ ਸੁਖ ਰਾਸਾ। ਦੁਨੀਆ ਦੇ ਵਿੱਚ ਸਾਰੇ ਪ੍ਰਾਣੀਆਂ ਨੂੰ ਬੜੀ ਤਕਲੀਫ, ਬੜਾ ਦੁੱਖ ਹੋਣ ਲੱਗ ਪਿਆ। ਕਾਰਨ ਦਾ ਕੋਈ ਪਤਾ ਨਹੀਂ ਵੀ ਇਹ ਜਿਹੜੇ ਸਾਰਿਆਂ ਦੇ ਸਵਾਸ ਕਿਉਂ
ਹੌਲੀ ਹੌਲੀ ਬੜੇ ਘੁੱਟਣ ਲੱਗ ਪਏ ਹਨ। ਸ੍ਰੀ ਭਗਵੰਤ ਕਹੀ ਤਬ ਬਾਣੀ। ਇਹਨਾਂ ਦੀ ਤਕਲੀਫ, ਇਹਨਾਂ ਦੇ ਦੁੱਖਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਵਿਸ਼ਨੂੰ ਭਗਵਾਨ ਜੀ ਨੇ ਫਿਰ ਬਚਨ ਕੀਤਾ, ਮਤ ਭੈ ਕਰੋ ਹੋਏ ਦੁਖ ਹਾਨੀ। ਇਹ ਦੇਵਤਿਓ, ਕਿਸੇ ਨੇ ਵੀ ਕੋਈ ਇਹੋ ਜਿਹਾ ਹਿਰਦੇ ਦੇ ਵਿੱਚ ਡਰ ਪੈ ਨਹੀਂ ਧਾਰਨ ਕਰਨਾ, ਕੋਈ ਗੱਲ ਨਹੀਂ। ਆ ਥੋੜ੍ਹੇ ਟਾਈਮ ਦੇ ਅੰਦਰ ਅੰਦਰ ਇਹ ਜਿਹੜੀ ਪੀੜਾ ਹੈ ਸਾਰਿਆਂ ਦੇ ਸਾਹ ਘੁੱਟਣ ਦੀ ਦੌਰ ਹੋ ਜਾਏਗੀ। ਬਾਲ ਭਗਤ ਮਮ ਅਤ ਹਠ ਧਾਰੀ। ਇੱਕ ਬਾਲਕ ਅਵਸਥਾ ਦੇ ਵਿੱਚ ਇਹੋ ਜਿਹਾ ਮੇਰਾ ਭਗਤ ਪੈਦਾ ਹੋ ਗਿਆ ਹੈ ਮਾਤਲੋ ਦੀ ਧਰਤੀ 'ਤੇ। ਉਹਨੇ ਹੁਣ ਅਟਲ ਪਦਵੀ ਹਾਸਲ ਕਰਨ ਦੇ ਲਈ ਮਨ ਦੇ ਵਿੱਚ ਹੱਠ ਧਾਰਨ ਕਰੀ ਬੈਠਾ ਹੈ। ਰੋਈਆਂ ਬਿਆਵਾਨਾਂ ਦੇ ਅੰਦਰ ਕੀਨ ਦੁਰਾਸਦ ਤਪ ਜਿਹ ਭਾਰੀ। ਦੁਰਾਸਦ ਪਾ ਵੀ ਬਹੁਤ ਹੀ ਔਖਾ, ਬੜਾ ਉਹਨੇ ਕਠਨ ਜਿਹੜਾ ਤਪ ਕਰਨਾ ਰੋਈਆਂ ਬਿਆਵਾਨਾਂ 'ਚ ਆਰੰਭ ਕੀਤਾ ਹੋਇਆ ਹੈ। ਅਬ ਮੈਂ ਜਾਉ ਤਾਹੇ ਕੇ ਪਾਸਾ। ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ ਵੀ ਉਹਨੇ ਤਾਂ ਹੁਣ ਮੈਨੂੰ ਪ੍ਰੇਮ ਦੀਆਂ ਡੋਰਾ ਪਾ ਕੇ ਆਪਣੇ ਵਾਅਦੇ ਵਿੱਚ ਕਰ ਲਿਆ। ਨਾਮਾ ਕਹਿ ਭਗਤ ਬਸ ਕੇਸਵ ਅਜੋ ਬਲ ਕੇ ਦੁਆਰ ਖਰੋ। ਜਿਹੜਾ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਪਰਮਾਤਮਾ, ਉਹਦੇ ਇਹ ਡਰ ਦੇ ਵਿੱਚ ਨਾ ਸਾਰੀ ਦੁਨੀਆ ਦੇ ਜਿਹੜੇ ਲੋਕ ਸਦਾ ਵਾਸਤੇ ਚੱਲਦੇ ਨੇ, ਸਗਲ ਸਮਗਰੀ ਡਰੈ ਬਿਆਪੀ। ਬਿਨ ਡਰ ਕਰਨੇ ਹਾਰਾ ਕੌਣ ਹੈ। ਡਰ ਅਰ ਭੈ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਇਹੋ ਜਿਹੇ ਅਨੰਤ ਸ਼ਕਤੀਆਂ ਦੇ ਮਾਲਕ ਨੂੰ ਕਹਿੰਦੇ, ਜਿਹੜੇ ਨੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਸਤ ਪੁਰਸ਼ ਤ੍ਰੋ ਭਗਤ ਜੈਸੇ। ਉਹਨੂੰ ਫਿਰ ਇਹੋ ਜਿਹੀਆਂ ਪ੍ਰੇਮ ਦੀਆਂ ਪਾ ਕਰਕੇ ਜੰਜੀਰਾਂ ਆਪਣੇ ਵਾਅਦੇ ਵਿੱਚ ਕਰ ਲੈਂਦੇ ਹਨ। ਸਭ ਕੋ ਤੇਰੇ ਬਸ ਅਗਮ ਗੋਚਰਾ ਤੂੰ ਭਗਤਾ ਕਹਿ ਬਸ। ਭਗਤਾ ਤਾਣ ਤੇਰਾ, ਸਾਰੀ ਦੁਨੀਆ ਉਹਦੇ ਹੁਕਮ ਦੇ ਵਿੱਚ ਚੱਲਦੀ ਹੈ। ਪਰ ਜਿਹੜੇ ਕਹਿੰਦੇ ਭਗਤ ਉਹਨੂੰ ਆਪਣੇ ਵਾਅਦੇ ਵਿੱਚ ਕਰ ਲੈਂਦੇ ਹਨ। ਸਭ ਕੋ ਛੂਟੈ ਰੋਕਨ ਸਵਾਸਾ। ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ ਵੀ ਥੋੜ੍ਹੇ ਟਾਈਮ ਤੋਂ ਬਾਅਦ ਸਾਰਿਆਂ ਦੇ ਜਿਹੜੇ ਸਾਹ ਰੁਕਣੇ ਬੰਦ ਹੋ ਜਾਣੇ ਹਨ। ਸੁਨ ਇਮ ਬਾਣੀ ਅਮਰ ਪਧਾਰੇ। ਇਹ ਬਚਨ ਸੁਣ ਕੇ ਵਿਸ਼ਨੂੰ ਭਗਵਾਨ ਜੀ ਦੇ ਕੋਲੋਂ ਸਾਰੇ ਦੇਵਤੇ ਖੁਸ਼ ਹੋ ਕੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਵਾਪਸ ਚਲੇ ਗਏ ਸਨ। ਜਹ ਤਹ ਤਿਨ ਕੇ ਹੁਤੇ ਬਸਾਰੇ। ਜਿਹੜੀਆਂ ਜਿਹੜੀਆਂ ਪੁਰੀਆਂ ਦੇ ਵਿੱਚੋਂ ਸਾਰੇ ਦੇਵਤੇ ਇਹ ਆਪਣਾ ਜਿਹੜਾ ਦੁੱਖ ਦੂਰ ਕਰਨ ਦੇ ਲਈ ਵਿਸ਼ਨੂੰ ਭਗਵਾਨ ਜੀ ਦੇ ਅੱਗੇ ਬੇਨਤੀਆਂ ਕਰਨ ਵਾਸਤੇ ਆਏ ਸਨ। ਸ੍ਰੀ ਭਗਵੰਤ ਚੜੇ ਉਰਗਾਰੀ। ਉਹ ਸਮੇਂ ਸਾਤ ਖੜੀ ਜਬ ਬੀਤੀ ਸੁਣੀ ਅਜ਼ੋ ਨ ਆਇਓ ਤਰ ਪਵਨ ਥਣੀ। ਪਾਖੰਤਨ ਬਾਸ ਬਜ਼ਾਇਲਾ ਗਰੜ ਚੜੇ ਗੋਬਿੰਦ ਆਇਲਾ। ਉਸ ਸਮੇਂ ਭਗਤ ਨਾਮਦੇਵ ਜੀ ਵੀ ਸੋਚਣ ਲੱਗੇ ਵੀ ਮੇਰੇ ਤਾਂ ਸਤਿਕ ਘੜੀਆਂ ਦਾ ਜਿਹੜਾ ਟਾਈਮ, ਸਤਿਕ ਘੜੀਆਂ ਦੀ ਮੋਹਲਤ ਪ੍ਰਾਪਤ ਹੋਈ ਸੀ ਵੀ ਜੇ ਕੁਝ ਉਪਾਅ ਯਤਨ ਕਰ ਲੈ ਤਾਂ ਕਰ ਸਕਦਾ ਆਪਣੇ ਵੱਲੋਂ। ਸਾਤ ਘੜੀ ਜਾ ਬੀਤੀ ਸੁਣੀ ਅਜ਼ੋ ਨਾ ਆਇਓ ਤਰ ਭਵਨ ਤਣੀ। ਵੀ ਤਿੰਨੇ ਲੋਕਾਂ ਦਾ ਮਾਲਕ ਅਜੇ ਵੀ ਮੇਰੇ ਪਾਸ ਨਹੀਂ ਬੋੜਿਆ। ਪਾਖੰਤਨ ਬਾਜ਼ ਵਜ਼ਾਇਲਾ ਗਰੜ ਚੜੇ ਗੋਬਿੰਦ ਆਇਲਾ। ਉਸ ਸਮੇਂ ਵਿਸ਼ਨੂੰ ਭਗਵਾਨ ਜੀ ਵੀ ਭਗਤ ਨਾਮਦੇਵ ਜੀ ਦਾ ਦੁੱਖ ਦੂਰ ਕਰਨ ਵਾਸਤੇ ਹਾਜ਼ਰ ਹੋਏ। ਹੁਣ ਇੱਧਰੋਂ ਵੀ ਭਗਤ ਧਰੋ ਦੀ ਤਮੰਨਾ, ਇਹਦੇ ਮਨ ਦੀ ਜਿਹੜੀ ਇੱਛਾ
ਪੂਰੀ ਕਰਨ ਵਾਸਤੇ ਵਿਸ਼ਨੂੰ ਭਗਵਾਨ ਜੀ ਗਰ ਦੇ ਉੱਪਰ ਸਵਾਰ ਹੋ ਗਏ ਹਨ। ਆਏ ਜਹਾਂ ਕਰਹਿ ਤਪ ਭਾਰੀ। ਜਿਸ ਥਾਂ ਤੇ ਮਧੂਬਨ ਦੇ ਵਿੱਚ ਤ੍ਰੋ ਭਗਤੀ ਦੀ ਤਾਂ ਲੱਗੀ ਹੋਈ ਹੈ ਨਾ ਸਮਾਧੀ, ਦੋਵੇਂ ਨਾਤਰ ਕੀਤੇ ਹੋਏ ਨਾ ਬੰਦ, ਕੋਈ ਪਤਾ ਨਹੀਂ ਕੌਣ ਆਉਂਦਾ ਤੇ ਕੌਣ ਜਾਂਦਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਨ। ਇਹੋ ਜਿਹਾ ਧਿਆਨ ਧਰੁਵ ਭਗਤ ਜੀ ਨੇ ਵਿਸ਼ਨੂੰ ਭਗਵਾਨ ਜੀ ਦਾ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਮਨ ਇੰਦਰੀ ਕਰ ਅਚਲ ਸਮਾਧੀ। ਕੌਣ? ਜਿਸ ਨੇ ਪੰਜੇ ਜਿਹੜੇ ਗਿਆਨ ਇੰਦਰੇ ਔਰ ਮਨ ਨੂੰ ਕਰਕੇ ਨਾ ਬਾਦ ਦੇ ਵਿੱਚ ਇਹੋ ਜੀ ਜਿਹੜੀ ਨਿਰਵਿਕਲਪ ਸਮਾਧੀ ਰੋਈਆਂ ਬਿਆਵਾਨਾਂ ਦੇ ਵਿੱਚ ਲਗਾਈ ਹੋਈ ਹੈ। ਕੇਵਲ ਕੇਸ਼ਵ ਚਰਨ ਅਰਾਧੇ। ਕੇਵਲ ਤੇ ਕੇਵਲ ਇੱਕੋ ਇੱਕ ਧਿਆਨ ਧਰੁਵ ਭਗਤ ਜੀ ਦਾ ਕੇਸ਼ਵ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਚੁੱਕਿਆ ਹੈ। ਹਿਰਦੇ ਸਰੂਪ ਬਸਾਏ ਅਨੂਪਾ। ਜਿਹੜਾ ਇਹੋ ਜਿਹਾ ਸਾਵਲ ਸਰੂਪ ਦਾ ਧਿਆਨ ਧਰੁਵ ਭਗਤ ਜੀ ਨੇ ਆਪਣੇ ਮਨ ਦੇ ਵਿੱਚ ਨਾ ਇਹ ਅੱਠੇ ਪੈਰ ਦਿਨ ਰਾਤ ਵਸਾਇਆ ਹੋਇਆ। ਨਹੀਂ ਵਹਿਰ ਕੋ ਪਿਖੈ ਸਰੂਪਾ। ਪਰ ਉਹ ਜਿਹੜੀ ਬਿਰਤੀ ਉਹ ਤਾਂ ਹੁਣ ਪਹਿਲਾਂ ਹੀ ਪਰਮਾਤਮਾ ਦੇ ਚਰਨਾਂ 'ਚ ਹੀ ਲੀਨ ਹੋ ਚੁੱਕੀ ਹੈ ਸਦਾ ਵਾਸਤੇ। ਜਬ ਸ੍ਰੀ ਹਰਿ ਕੀਏ ਅੰਤਰ ਧਿਆਨੇ। ਪਰ ਜਦੋਂ ਵਿਸ਼ਨੂੰ ਭਗਵਾਨ ਜੀ ਇਹਦੇ ਮਨ ਦਾ ਜਿਹੜਾ ਪ੍ਰੇਮ ਪੂਰਾ ਕਰਨ ਦੇ ਵਾਸਤੇ ਗਰੜ ਜੀ ਦੇ ਉੱਪਰ ਚੜ੍ਹ ਕੇ ਆਗੇ, ਪਤਾ ਕੋਈ ਨਹੀਂ ਲੱਗਿਆ ਵੀ ਮੇਰੇ ਸਾਹਮਣੇ ਕੌਣ ਪਹੁੰਚ ਗਿਆ। ਧਰੁਵ ਭਗਤ ਜੀ ਉਸੇ ਤਰ੍ਹਾਂ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਅੰਮ੍ਰਿਤ ਸੁਖ ਪਾਈ ਹੈ ਸਭ ਤਿਖਾ ਬੁਝਾਈ। ਇਹੋ ਜਿਹਾ ਜਿਹੜਾ ਪਰਮਾਤਮਾ ਦੇ ਨਾਮ ਦਾ ਆਨੰਦ ਧਰੁਵ ਭਗਤ ਨੂੰ ਆਪਣੇ ਅੰਦਰੋਂ ਅੰਦਰ ਹੀ ਪ੍ਰਾਪਤ ਹੋ ਰਿਹਾ ਸੀ। ਕੋਈ ਪਤਾ ਨਹੀਂ ਲੱਗਿਆ ਵੀ ਮੇਰੇ ਪਾਸ ਤਾਂ ਕਿ ਵਿਸ਼ਨੂੰ ਭਗਵਾਨ ਜੀ ਸਾਹਮਣੇ ਬੈਠ ਗਏ ਹਨ। ਤਬ ਪੰਕਜ ਸੇ ਨੈਣ ਖੁਲਾਨੇ। ਪਰ ਜਦੋਂ ਪਰਮਾਤਮਾ ਨੇ ਵਾਹਿਗੁਰੂ ਨੇ ਵਿਸ਼ਨੂੰ ਭਗਵਾਨ ਜੀ ਨੇ ਉਹ ਜਿਹੜਾ ਧਿਆਨ ਇਹਨੇ ਸਰੂਪ ਦੇ ਵਿੱਚ ਸਰੂਪ ਦਾ ਧਿਆਨ ਆਪਣੇ ਅੰਦਰ ਵਸਾਇਆ ਹੋਇਆ ਸੀ, ਉਹਨੂੰ ਆਪਣੀ ਤਾਕਤ ਸ਼ਕਤੀ ਦੇ ਨਾਲ ਬਾਹਰ ਖਿੱਚ ਲਿਆ। ਸੋ ਸਰੂਪ ਢਿਗ ਬਾਹਿਰ ਦੇਖਾ। ਜਦੋਂ ਧਰੁਵ ਭਗਤ ਦੀ ਖੋਲੀ ਸਮਾਧੀ ਦੇਖਿਆ ਵੀ ਜਿਹੜੇ ਸਰੂਪ ਦਾ ਮੈਂ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਸੀ ਨਾ, ਉਹੀ ਵਿਸ਼ਨੂੰ ਭਗਵਾਨ ਜੀ ਮੇਰੇ ਆ ਕੇ ਸਾਹਮਣੇ ਰੋਈਆਂ ਬਿਆਬਾਨਾਂ 'ਚ ਬਹਿ ਗਏ ਹਨ। ਪਰਿਓ ਦੰਡਵਤ ਪ੍ਰੇਮ ਵਿਸ਼ੇਖਾ। ਇਹੋ ਜਿਹਾ ਪ੍ਰੇਮ ਪੈਦਾ ਹੋ ਗਿਆ ਧਰੁਵ ਭਗਤ ਜੀ ਦੇ ਮਨ ਦੇ ਅੰਦਰ। ਵਿਸ਼ਨੂੰ ਭਗਵਾਨ ਜੀ ਦੇ ਕਰਕੇ ਦੀਦਾਰ ਵਾਰ-ਵਾਰ ਡੰਡੌਤਾਂ ਕਰਨ ਲੱਗ ਪਏ ਹਨ। ਪੁੰਨ ਲੋਚਨ ਭਰ ਰੂਪ ਨਿਹਾਰਾ। ਫਿਰ ਧਰੁਵ ਭਗਤ ਜੀ ਐਨ ਆਪਣੇ ਜਿਹੜੇ ਨੇਤਰ ਭਰ ਕੇ ਵਿਸ਼ਨੂੰ ਭਗਵਾਨ ਜੀ ਦੇ ਸਾਹਮਣੇ ਦੀਦਾਰ ਕਰਨ ਲੱਗ ਪਏ ਹਨ। ਚਹਿਤ ਅਲਿੰਗਨ ਸ਼੍ਰੀ ਕਰਤਾਰਾ। ਹੁਣ ਨੇੜੇ ਹੋ ਕੇ ਆਪਣੇ ਮਾਲਕ ਸੁਆਮੀ ਵਿਸ਼ਨੂੰ ਭਗਵਾਨ ਜੀ ਨੂੰ ਧਰੁਵ ਭਗਤ ਜੀ ਸਪਰਸ਼ ਕਰਨਾ ਚਾਹੁੰਦੇ ਹਨ। ਉਸਤਤ ਕਰ ਨਾ ਸਕਤ ਮਤ ਥੋਰੀ। ਪਰ ਬੁੱਧੀ ਹੈਗੀ ਬਹੁਤ ਛੋਟੀ। ਧਰੁਵ ਭਗਤ ਦੀ ਜੇਬਾ ਏਕ, ਕਵਨ ਗੁਣ ਕਹੀ ਹੈ ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨੀ ਲਈ ਹੈ ਵੀ ਰਸਨਾ ਤਾਂ ਹੈਗੀ ਇੱਕ। ਹੁਣ ਪਰਮਾਤਮਾ ਦੇ ਗੁਣ ਬੇਅੰਤ ਉਹ ਕਿਵੇਂ ਗੈਨ ਕੀਤੇ ਜਾ ਸਕਦੇ ਨੇ ਆਪਣੀ ਰਸਨਾ ਤੋਂ। ਇੱਛਾ ਅਦਕ ਰਹਿਓ ਕਰ ਜੋਰੀ। ਦੋਵੇਂ ਹੱਥ ਜੋੜ ਕੇ ਧਰੁਵ ਭਗਤ ਜੀ ਆਪਣੀ ਇੱਕ
ਛੋਟੀ ਜੀ ਰਸਨਾ ਦੇ ਨਾਲ ਉਸਤਤ ਵਡਿਆਈ ਤਾਂ ਜ਼ਰੂਰ ਕਰਨਾ ਚਾਹੁੰਦੇ ਨੇ, ਪਰ ਇਤਨਾ ਅਜੇ ਬਲ ਨਹੀਂ ਪ੍ਰਾਪਤ ਹੋਇਆ। ਸ਼੍ਰੀ ਹਰਿ ਜਾਨ ਗਏ ਉਰਤਾਹ। ਉਸ ਸਮੇਂ ਵਿਸ਼ਨੂੰ ਭਗਵਾਨ ਜੀ ਆਪ ਹੀ ਸਰਬੱਗ ਨੇ, ਅੰਤਰਜਾਮੀ ਨੇ ਜਾਣ ਲਿਆ ਵੀ ਇਹ ਤਾਂ ਆਪਣੀ ਨਿੱਕੀ ਜੀ ਜ਼ੁਬਾਨ ਦੇ ਨਾਲ ਸਾਡੀ ਬੜੀ ਤਾਰੀਫ ਵਡਿਆਈ ਉਚਾਰਨ ਕਰਨੀ ਚਾਹੁੰਦਾ ਹੈ। ਨਿਜ ਕਰ ਸ਼ੰਖ ਤਬਹਿ ਮੁਖ ਛੁਆਹਾ। ਜਦੋਂ ਵਿਸ਼ਨੂੰ ਭਗਵਾਨ ਜੀ ਨੇ ਆਪਣਾ ਜਿਹੜਾ ਮੇਰਾ ਭਰਿਆ ਹੱਥ ਧਰੂ ਭਗਤ ਦੇ ਸਿਰ ਦੇ ਉੱਪਰ ਰੱਖ ਦਿੱਤਾ ਹੈ, ਤਤ ਛਿਨ ਉਜਲ ਮਤ ਹਵੈ ਆਈ। ਉਸ ਵਕਤ ਧਰੂ ਭਗਤ ਦੀ ਜਿਹੜੀ ਤੈਲੂਆ ਬੁੱਧ ਬਣ ਗਈ। ਇੱਕ ਹੁੰਦੀ ਹੈ ਚਮੜਾ ਬੁੱਧੀ, ਦੂਜੀ ਕਹਿੰਦੇ ਨੇ ਤੈਲੂਆ ਬੁੱਧੀ ਮਤ। ਜਿਵੇਂ ਪਾਣੀ ਦੇ ਵਿੱਚ ਇੱਕ ਬੂੰਦ ਤੇਲ ਦੀ ਕਿਤੇ ਪਾ ਦੀ, ਉਹ ਥੋੜ੍ਹੇ ਟਾਈਮ ਦੇ ਅੰਦਰ ਚਾਰੇ ਪਾਸੇ ਫੈਲ ਜਾਏਗਾ। ਕਈ ਇਹੋ ਜਿਹੇ ਬੱਚੇ ਬੜੇ ਤੇਜ਼ ਦਿਮਾਗ ਵਾਲੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਹੁੰਦੇ ਹਨ ਵੀ ਕਿਤੇ ਟੀਚਰ ਨੇ ਪ੍ਰਿੰਸੀਪਲ ਨੇ ਮਾੜਾ ਜਿਹਾ ਬਸ ਕੁਐਸਚਨ ਇਸ਼ਾਰਾ ਹੀ ਕਰ ਦਿੱਤਾ, ਨਾਲ ਦੀ ਨਾਲ ਉਹਨਾਂ ਦੇ ਦਿਮਾਗ 'ਚ ਬੈਠ ਜਾਏਗਾ। ਕਈ ਹੁੰਦੇ ਨੇ ਚਮੜੀ ਬੁੱਧੀ ਵਾਲੇ, ਜਿਤਨਾ ਮਰਜੀ ਟੀਚਰ ਹੈ, ਪ੍ਰੋਫੈਸਰ ਹੈ, ਪ੍ਰਿੰਸੀਪਲ ਹੈ, ਭਾਵੇਂ ਸਾਲਾਂ ਬਾਅਦ ਮਗਜ ਖਪਾਈ ਕਰੀ ਜਾਏ, ਉਹਦੇ ਦਿਮਾਗ ਦੇ ਵਿੱਚ ਕਦੇ ਉਹ ਕੁਐਸਚਨ ਦਾ ਜਿਹੜਾ ਆਨਸਰ ਬਹਿੰਦਾ ਹੀ ਨਹੀਂ, ਪਤਾ ਹੀ ਲੱਗਦਾ ਵੀ ਕੀ ਪੁੱਛਿਆ। ਮੇਰੇ ਟੀਚਰ ਨੇ ਜਿਹੜੇ ਨੇ ਬੜੀ ਇਹੋ ਜਿਹੀ ਤੇਲੂਆ ਬੁੱਧੀ ਧਾਰਨ ਕਰਨ ਵਾਲੇ ਸਟੂਡੈਂਟ ਬੱਚੇ ਮਾੜਾ ਜਿਹਾ ਇਸ਼ਾਰਾ ਕਰਤਾ, ਨਾਲ ਦੀ ਨਾਲ ਉਹਨਾਂ ਨੇ ਆਪਣੇ ਕੁਐਸਚਨ ਨੂੰ ਬੁੱਝ ਲੈਣਾ ਹੈ। ਈਸ਼ਵਰ ਜੀਵ ਗਿਆਨ ਸਭ ਪਾਈ। ਹੁਣ ਧਰੂ ਭਗਤ ਨੇ ਭਾਵੇਂ ਪਹਿਲਾਂ ਹੀ ਵਿਸ਼ਨੂੰ ਭਗਵਾਨ ਜੀ ਦਾ ਗਿਆਨ ਤਾਂ ਪ੍ਰਾਪਤ ਕੀਤਾ ਹੋਇਆ ਹੈ, ਵਰਣਨ ਕਰਨ ਲੱਗਾ ਗੁਣ ਰੂਰੇ। ਉਸ ਵਕਤ ਪਰਮਾਤਮਾ ਨੇ ਇਤਨੀ ਵਿਸ਼ਾਲ ਬੁੱਧੀ ਕਰਤੀ ਧਰੂ ਭਗਤ ਦੀ, ਆਪਣੀ ਜ਼ੁਬਾਨ ਤੋਂ ਫਿਰ ਬੜੇ ਗੁਣ ਬੜੀ ਵਡਿਆਈ ਉਸੇ ਵਕਤ ਉਚਾਰਨ ਕਰਨ ਲੱਗ ਪਏ ਹਨ। ਭਗਤ ਭਾਉ ਉਰ ਰਹਿਓ ਸਪੂਰੇ। ਹੁਣ ਇਹਦੇ ਮਨ ਦੇ ਵਿੱਚ ਜਿਹੜੀ ਪ੍ਰੇਮਾ ਭਗਤੀ ਉਹ ਤਾਂ ਪਹਿਲਾਂ ਹੀ ਰੋਮ ਰੋਮ ਦੇ ਵਿੱਚ ਸਮਾ ਚੁੱਕੀ ਹੈ। ਬੰਦੋਂ ਪਦ ਅਰਬਿੰਦ ਬਹੋਰੀ। ਹੁਣ ਸੋਚਦੇ ਨੇ ਵੀ ਦੇਖੋ ਵਿਸ਼ਨੂੰ ਭਗਵਾਨ ਜੀ ਪ੍ਰੇਮ ਦੇ ਵਧੇ ਹੋਏ ਮੇਰੇ ਪਾਸ ਜੰਗਲਾਂ 'ਚ ਆ ਗਏ, ਨੇੜੇ ਹੋ ਕੇ ਹੁਣ ਉਹਨਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਮੱਥਾ ਟੇਕਣਾ ਚਾਹੁੰਦੇ ਨੇ ਧਰੂ ਭਗਤ ਜੀ। ਜਿਨ ਕਰੁਣਾ ਅਸਮਤ ਭੀ ਮੋਰੀ। ਸੋਚਦਾ ਵੀ ਬਾਣਾ ਜਿਹਾ ਆਪਣਾ ਮੇਰਾ ਪਰੇ ਹੱਥ ਰੱਖਿਆ ਨਾ ਮੇਰੇ ਸਿਰ ਦੇ ਉੱਪਰ ਭਗਵਾਨ ਜੀ ਨੇ, ਮੇਰੀ ਜਿਹੜੀ ਬੁੱਧੀ ਆ ਮੇਰੀ ਜਿਹੜੀ ਮਤ ਕਿਵੇਂ ਵੱਡੇ ਸਮੁੰਦਰਾਂ ਦੇ ਸਮਾਨ ਬਣਾਤੀ। ਰਮਾ ਨਿਵਾਸ ਈਸ਼ ਭਗਵੰਤਾ। ਹੁਣ ਜਿੱਥੇ ਭਗਵਾਨ ਵਿਸ਼ਨੂੰ ਜੀ ਲక్ష్ਮੀ ਦੇ ਸਹਿਤ ਬੈਕੁੰਠਾਂ ਦੇ ਵਿੱਚ ਵਾਦਿਆਂ ਹੋਏ ਆਪਣੇ ਭਗਤਾਂ ਨੂੰ ਇਹੋ ਜਿਹਾ ਆਨੰਦ ਸਦਾ ਦੇ ਲਈ ਬਖਸ਼ਦੇ ਰਹਿੰਦੇ ਹਨ। ਅੰਤਰ ਜਾਮੀ ਸਰਬ ਅਨੰਤਾ। ਦੇ ਲਿਆ ਵੀ ਵਿਸ਼ਨੂੰ ਭਗਵਾਨ ਜੀ ਤਾਂ ਭਾਵੇਂ ਸਾਰੇ ਜੀਵਾਂ ਦੇ ਪ੍ਰੇਰਕ ਰੂਪ ਵੀ ਹਨ, ਪਰ ਫਿਰ ਵੀ ਇਹਨਾਂ ਦੇ ਵਿੱਚ ਬੜੀਆਂ ਤਾਕਤਾਂ ਸ਼ਕਤੀਆਂ ਭਗਵਾਨ ਆਪ ਸਰਬੱਗ ਅੰਤਰਜਾਮੀ ਨੇ ਮੇਰੇ ਹਿਰਦੇ ਦਾ ਪ੍ਰੇਮ ਤਾਂ ਹੀ ਬੁੱਝਿਆ ਨਾ ਜੇ ਸਰਬੱਗ ਅੰਦਰ ਦੀ ਜਾਣਨ ਵਾਲੇ ਹਨ। ਜੜ ਜੰਗਮ ਮੈਂ ਵਿਆਪਕ ਸਾਰੀ। ਜੜ ਜੰਗਮ ਚਾਹੇ ਕੋਈ ਜੜ ਵਸਤੂ ਹੈ, ਚਾਹੇ ਹੈਗੀ ਚੇਤਨ, ਜਿਹੜਾ ਵਾਹਿਗੁਰੂ ਨਿਰਗੁਣ ਪਰਮਾਤਮਾ ਜਲ
ਥਈਆ ਜਲ ਤਲ ਮਹੀਲ ਪੋਰਿਆ ਸੁਆਮੀ ਸਿਰਜਣਹਾਰ ਜਲਾਂ ਦੇ ਵਿੱਚ ਥਲਾਂ ਦੇ ਵਿੱਚ ਵੀ ਕੋਈ ਵੀ ਹੋਵੇ, ਚਾਹੇ ਜੜ ਰੂਪ ਹੈ ਚਾਹੇ ਚੇਤਨ ਰੂਪ ਹੈ, ਹਰੇਕ ਦੇ ਵਿੱਚ ਉਹਦੀ ਜ਼ੋਤ ਸਦਾ ਵਾਸਤੇ ਵਿਆਪਕ ਹੋ ਰਹੀ ਹੈ। ਰਚੋ ਆਪ ਪੁਨ ਰਹਿਓ ਨਿਰਾਰੇ। ਉਸ ਸਮੇਂ ਧਰੁਵ ਭਗਤ ਜੀ ਦੋਵੇਂ ਹੱਥ ਜੋੜ ਕਰਕੇ ਨਾ ਆਪਣੇ ਵਿਸ਼ਨੂੰ ਭਗਵਾਨ ਜੀ ਦੀ ਬੜੀ ਵਡਿਆਈ ਸੋਭਾ ਉਚਾਰਨ ਕਰਨ ਲੱਗ ਪਏ। ਮਹਾਰਾਜ ਜੇ ਚਾਹੋ ਨਾ ਹਰਨ ਪਰਨ ਜਾ ਕਾ ਨੇਤਰ ਫੋਰ, ਇੱਕ ਆ ਜਿਹੜੀ ਅੱਖਾਂ ਨੂੰ ਬੰਦ ਕਰਨ ਲੱਗਿਆ ਕਿਤਨਾ ਕੁ ਟਾਈਮ ਲੱਗਦਾ ਹੈ। ਹਰਨ ਪਰਨ ਜਾ ਕਾ ਨੇਤਰ ਫੋਰ, ਸੱਚੇ ਪਾਤਸ਼ਾਹ ਗਰੀਬ ਨਵਾਜ ਜੇ ਚਾਹੋ ਆ ਜਿਹੜੀ ਸਾਰੀ ਸ੍ਰਿਸ਼ਟੀ ਪਲਾਂ ਦੇ ਵਿੱਚ ਲੈ ਵੀ ਹੋ ਜਾਏਗੀ। ਜਬੁਦ ਕਰਕ ਕਰਾ ਕਰ ਤਾਰਾ, ਪਰਜਾ ਧਰਤ ਤਬ ਦੇ ਉਪਾਰਾ, ਜਬ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ, ਦੇ ਧਰ ਸਭੂ ਕੀਤਾ ਪਸਾਓ, ਏਕੋ ਕਵਾਓ। ਜੇ ਚਾਹੋ ਇੱਕ ਫੁਰਨੇ ਦੁਆਰਾ ਫਿਰ ਆਪਣੇ ਆ ਸਾਰੀ ਜਿਹੜੀ ਦੁਨੀਆ ਦੁਬਾਰਾ ਪੈਦਾ ਕਰ ਦੇਣੀ ਹੈ। ਜੇ ਨਾ ਭਜਹਿ ਤਬ ਚਰਨ ਗੁਸਾਈ। ਸੱਚੇ ਪਾਤਸ਼ਾਹ ਜਿਹੜੇ ਮੰਦਭਾਗੀ ਜੀਵ ਕਦੇ ਵੀ ਆਪਦੇ ਚਰਨਾਂ ਨੂੰ ਮਨ ਦੇ ਵਿੱਚ ਯਾਦ ਨਹੀਂ ਕਰਦੇ ਹਨ। ਜੋ ਨਾ ਭਜੰਤੇ ਨਾ ਰਹਿਣਾ ਤਿਨ ਕਾ ਮੈਂ ਨਾ ਕਰੋ ਦਰਸ਼ਨ। ਭਗਤ ਨਾਮਦੇਵ ਜੀ ਨੇ ਵੀ ਬਚਨ ਕਹਿ ਦਿੱਤੇ ਨੇ ਵੀ ਮੈਂ ਤਾਂ ਉਹਨਾਂ ਦਾ ਕਦੇ ਦਰਸ਼ਨ ਵੀ ਕਰਕੇ ਰਾਜ਼ੀ ਨਹੀਂ, ਜਿਹੜੇ ਕਦੇ ਵੀ ਪਰਮਾਤਮਾ ਦੇ ਚਰਨਾਂ ਨੂੰ ਆਪਣੇ ਮਨ ਦੇ ਵਿੱਚ ਤਾ ਜ਼ਿੰਦਗੀ ਯਾਦ ਨਹੀਂ ਕਰਦੇ ਹਨ। ਜਾਏ ਨਰਕ ਮੈਂ ਹੈ ਸੰਕਟ ਪਾਈ। ਧਰੁਵ ਭਗਤ ਜੀ ਆਪਣੀ ਜ਼ਬਾਨ ਤੋਂ ਵਿਸ਼ਨੂੰ ਭਗਵਾਨ ਜੀ ਦੀ ਵਡਿਆਈ ਕਰਨ ਲੱਗ ਪਏ। ਵਾਰ-ਵਾਰ ਵੀ ਜਿਹਨੇ ਆਪ ਦਾ ਸਿਮਰਨ ਆਪ ਦੀ ਭਗਤੀ ਕੀਤੀ ਨਹੀਂ, ਉਹ ਮਰਨ ਤੋਂ ਬਾਅਦ ਫਿਰ ਉਹਨਾਂ ਨੇ ਨਰਕਾਂ ਦੇ ਵਿੱਚ ਹੀ ਡਿੱਗਣਾ ਹੈ। ਜੇ ਚਰਨਾਰ ਬਿੰਦ ਰਸ ਪੀਨੇ। ਜੇ ਚਰਨਾਰ ਬਿੰਦ ਰਸ ਪੀਨੇ, ਵੀ ਜਿਹੜੇ ਜਗਿਆਸੂ ਵੱਡੇ ਭਾਗਾਂ ਵਾਲੇ ਪ੍ਰਾਣੀ ਆਪ ਦੇ ਚਰਨਾਂ ਦੇ ਚਰਨਾਰ ਬਿੰਦ ਰਸ ਪੀਨੇ, ਆਪ ਦੇ ਚਰਨਾਂ ਦੇ ਰਾਧੇ ਵਿੱਚ ਹੀ ਨਾ ਅੱਠੇ ਪੈਰ ਦਿਨ ਰਾਤ ਸਦਾ ਦੇ ਲਈ ਭਿੱਜੇ ਰਹਿੰਦੇ ਹਨ। ਆਪਣੋ ਮਨ ਮਲਿੰਦ ਸਮ ਕੀਨੇ। ਉਹਨਾਂ ਨੇ ਆਪਣਾ ਜਿਹੜਾ ਮਨ ਭੌਰਿਆਂ ਦੇ ਸਮਾਨ ਬਣਾਇਆ ਹੋਇਆ ਹੈ। ਸੋ ਸੁਖ ਪਾਵਹਿ ਅਮਿਤ ਵਿਸਾਲਾ। ਉਹ ਫਿਰ ਆ ਮਾਤਲੋ ਦੀ ਧਰਤੀ ਦੇ ਉੱਪਰ ਰਹਿੰਦਿਆਂ ਹੋਇਆ ਬੜਾ ਐਸਾ ਬੇਅੰਤ ਸੁੱਖ ਪਰਮਾਤਮਾ ਦੇ ਨਾਮ ਦੇ ਵਿੱਚੋਂ ਹੀ ਪ੍ਰਾਪਤ ਕਰ ਲੈਂਦੇ ਹਨ। ਕਬ ਨਾ ਪਰੈ ਤਿਨ ਪਰ ਜਮ ਜਾਲਾ। ਕਦੇ ਵੀ ਆ ਜਿਹੜੀਆਂ ਧਰਮ ਰਾਜੇ ਦੇ ਦੂਤਾਂ ਦੀਆਂ ਫਾਈਆਂ ਗਲਾਂ ਦੇ ਵਿੱਚ ਨਹੀਂ ਪੈਂਦੀਆਂ। ਦੂਰ ਰਹਿਓ ਜਾਂਤੇ ਬਾਟ। ਸਗੋਂ ਜਿਹੜੇ ਧਰਮ ਰਾਜੇ ਦੇ ਦੂਤਾਂ ਉਹਨਾਂ ਦੇ ਕਦੇ ਡਰਦਿਆਂ ਹੋਇਆਂ ਨੇੜੇ ਵੀ ਨਹੀਂ ਆਉਂਦੇ ਹਨ। ਬਿਨਾ ਪ੍ਰਯਾਸ ਤਰਹਿ ਸੰਸਾਰੂ। ਇਹੋ ਜਿਹੇ ਵੱਡੇ ਭਾਗਾਂ ਵਾਲੇ ਪ੍ਰਾਣੀ ਜੋ ਵੀ ਜਗਿਆਸੂ ਕਮਾਈ ਕਰਨ ਵਾਲੇ, ਉਹਨਾਂ ਨੇ ਤਾਂ ਫਿਰ ਬਿਨਾਂ ਯਤਨ ਤੋਂ ਹੀ ਆ ਸੰਸਾਰ ਸਾਗਰ ਤੋਂ ਪਾਰ ਲੰਘ ਜਾਣੇ। ਅਪਰ ਉਧਾਰ ਹੈ ਨਿਜ ਸੰਗਾਰੂ। ਉਹਨਾਂ ਦੀ ਸੰਗਤ ਦੁਆਰਾ ਇਹ ਨਹੀਂ ਪਤਾ ਵੀ ਕਿਤਨੇ ਜੀਵਾਂ ਦੀ ਕਲਿਆਣ ਹੋ ਜਾਣੀ ਹੈ। ਤਿਨ ਕੋ ਮੋਹਿ ਦੇਹੋ ਸਤ ਸੰਗਾ। ਧਰੁਵ ਭਗਤ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਹੈ ਭਗਤ ਵਸ਼ਲ ਪਤਤ ਪਾਵਨ। ਇਹੋ ਜਿਹੇ ਸਤ ਪੁਰਸ਼ਾਂ ਦੀ ਜਿਹੜੀ ਸੰਗਤ ਮੈਨੂੰ ਵੀ ਬਖਸ਼ਦੀ। ਰੋਜ਼ ਆਪਾਂ ਅਰਦਾਸ ਦੇ ਵਿੱਚ ਬਚਨ ਵੀ ਸੁਣਦੇ ਰਹਿੰਦੇ ਆ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰਾ ਸਾਡੜੇ ਸਹੀ ਹੋਂ ਢੰਢੇਂਦੀ। ਜਗ ਸਵਾਇਆ ਜਨ
ਨਾਨਕ ਵਿਰਲੇ ਕਈ ਆਵੈ ਸਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ। ਵੀ ਜਿਨ੍ਹਾਂ ਦਾ ਦੀਦਾਰ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਪ੍ਰਾਣੀਆਂ ਦੇ ਅੰਦਰ ਨਾ ਇਹ ਵਾਹਿਗੁਰੂ ਦੇ ਨਾਮ ਦੀ ਯਾਦ ਪੈਦਾ ਹੋ ਜਾਂਦੀ ਹੈ। ਇਹੋ ਜਿਹੇ ਮਹਾਂਪੁਰਖਾਂ ਦਾ ਸੰਗ ਉਸ ਸਮੇਂ ਧਰੂ ਭਗਤ ਜੀ ਨੇ ਵੀ ਵਿਸ਼ਨੂੰ ਭਗਵਾਨ ਜੀ ਦੇ ਚਰਨਾਂ 'ਚੋਂ ਮੰਗਿਆ। ਤਵ ਗੁਣ ਸੁਨੋ ਗਾਏ ਸੋ ਉਮੰਗਾ। ਵੀ ਜਿੱਥੇ ਰੱਬ ਦੇ ਪਿਆਰੇ ਆਪ ਦੀ ਵਡਿਆਈ, ਆਪ ਦਾ ਜਸ ਜ਼ੁਬਾਨ ਦੇ ਨਾਲ ਕਰਦੇ ਨੇ ਔਰ ਬੜੀਆਂ ਸੰਗਤਾਂ ਕੰਨਾਂ ਦੇ ਨਾਲ ਬੈਠ ਕਰਕੇ ਸੁਣਦੀਆਂ ਰਹਿੰਦੀਆਂ ਹਨ। ਇਹ ਮਨੀਖਾ ਮੋ ਮਨ ਜੇਤੀ। ਉਸ ਸਮੇਂ ਧਰੂ ਭਗਤ ਜੀ ਕਹਿਣ ਲੱਗੇ, ਐ ਮੇਰੇ ਭਗਵਾਨ, ਐ ਮੇਰੇ ਵਾਹਿਗੁਰੂ, ਜਿਤਨੀ ਜਿਤ ਬੁੱਧੀ ਆਪ ਨੇ ਮੈਨੂੰ ਬਖਸ਼ੀ ਹੈ ਨਾ, ਉਤਨਾ ਕੁ ਜਸ, ਉਤਨੀ ਵਡਿਆਈ ਮੈਂ ਆਪਣੀ ਜ਼ੁਬਾਨ ਤੋਂ ਉਚਾਰਨ ਕੀਤੀ ਹੈ। ਵਰਣਨ ਕਰੋ ਸੋ ਕੀਰਤ ਤੇਤੀ। ਉਤਨੀ ਕੁ ਤਾਰੀਫ ਵਡਿਆਈ ਮੇਰੇ ਵਰਗੇ ਪਾਪੀ ਜਨ ਕਰ ਸਕਦੇ ਹਨ। ਬ੍ਰਹਮ ਏਕ ਤੂੰ ਸਭ ਹਿਨ ਮਾਹੀ। ਤੁਸੀਂ ਤਾਂ ਇੱਕ ਨਿਰਗੁਣ ਰੂਪ ਹੋ ਕੇ ਸਾਰਿਆਂ ਦੇ ਵਿੱਚ ਹੀ ਸਦਾ ਵਾਸਤੇ ਤਿੰਨੇ ਕਾਲਾਂ 'ਚ ਵਿਆਪਕ ਹੋ ਰਹੇ ਹੋ। ਸੂਤ ਆਧਾਰ ਮਣਕ ਜਿਉ ਆਹੀ। ਜਿਵੇਂ ਮਣਕੇ ਦੇ ਮਾਲੇ, ਮਾਲਾ ਦੇ ਮਣਕੇ ਕਿੰਨੇ ਹੁੰਦੇ ਨੇ, ਪਰ ਆਧਾਰ ਰੂਪ ਇੱਕ ਸੂਤ ਹੀ ਹੈ ਨਾ। ਮਣਕਿਆਂ ਦੀ ਗਿਣਤੀ ਹੈਗੀ 108 ਲਾ ਲਓ ਜਾਂ ਫਿਰ 110, ਅੱਧੀ ਵੀ ਮਾਲਾ ਹੋਇਆ ਕਰਦੀ ਹੈ। ਪਰ ਉਹਨਾਂ ਸਾਰੇ ਮਣਕਿਆਂ ਦਾ ਆਧਾਰ ਰੂਪ ਕੇਵਲ ਤੇ ਕੇਵਲ ਇੱਕ ਸੂਤ ਹੀ ਹੋਇਆ ਕਰਦਾ ਹੈ। ਔਰ ਨਾ ਲਖੀ ਜਾਤ ਗਤ ਤੇਰੀ। ਗੁਰੂ ਭਗਤ ਜੀ ਨੇ ਉਹ ਸਮੇਂ ਬਾਰ-ਬਾਰ ਵਿਸ਼ਨੂੰ ਭਗਵਾਨ ਜੀ ਦਾ ਬੜਾ ਜਸ, ਬੜੀ ਤਾਰੀਫ ਉਚਾਰਨ ਕੀਤੀ ਹੈ। ਕਿਆ ਵਰਨੋ ਸੂਛਮ ਮਤ ਮੇਰੀ। ਕਹਿਣ ਲੱਗੇ, ਮਹਾਰਾਜ ਮੇਰੀ ਤਾਂ ਮਤ ਹੀ ਬਹੁਤ ਨਿੱਕੀ ਜੀ ਹੈ। ਮੈਂ ਆਪ ਦਾ ਜਸ, ਆਪ ਦੀ ਵਡਿਆਈ ਕਿਤਨੀ ਕੁ ਉਚਾਰਨ ਕਰ ਸਕਦਾ। ਦਾਸ ਗਿਰਾ ਅਸ ਸੁਨਤ ਕਿਰਪਾਲਾ। ਜਦੋਂ ਆਪਣੇ ਸੇਵਕ ਦਾਸ ਪਿਆਰੇ ਭਗਤ ਦੇ ਇਹੋ ਜਿਹੇ ਬਚਨ ਵਿਸ਼ਨੂੰ ਭਗਵਾਨ ਜੀ ਆਪ ਨੇੜੇ ਹੋ ਕਰਕੇ ਸੁਣ ਰਹੇ ਸਨ। ਹਰਖ ਪ੍ਰਸੀਦਤ ਭਏ ਵਿਸਾਲਾ। ਇਹ ਦੇਖਦਿਆਂ ਹੋਇਆ ਵਿਸ਼ਨੂੰ ਭਗਵਾਨ ਜੀ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ, ਬੜੀ ਪ੍ਰਸੰਨਤਾ ਜਿਹੜੀ ਹੈ ਧਰੂ ਭਗਤ ਦੇ ਉੱਪਰ ਪੈਦਾ ਹੋ ਗਈ ਹੈ। ਬੋਲੇ ਹੈ ਨ੍ਰਿਪ ਸੁਤ ਸੁਨ ਬਾਣੀ। ਉਸ ਸਮੇਂ ਆਪ ਭਗਵਾਨ ਜੀ ਧਰੂ ਭਗਤ ਨੂੰ ਇਹ ਬਚਨਾਂ ਦੁਆਰਾ ਸੰਬੋਧਨ ਕਰਦਿਆਂ ਹੋਇਆ ਕਹਿਣ ਲੱਗੇ ਹਨ, ਤਵ ਅੰਤਰ ਕੀ ਮੈਂ ਸਭ ਜਾਨੀ। ਵੀ ਜੋ ਤੇਰੇ ਅੰਦਰ ਦੀ ਕਾਮਨਾ ਹੈ, ਜੋ ਵੀ ਇੱਛਾ ਹੈ, ਉਹ ਤਾਂ ਮੈਂ ਪਹਿਲਾਂ ਹੀ ਆਪ ਜਾਣ ਲਈ ਹੈ। ਸੋ ਅਬਲੇ ਹੋ ਪਰਮ ਪਦ ਊਚਾ। ਇਸ ਨੂੰ ਭਗਵਾਨ ਜੀ ਕਹਿਣ ਲੱਗੇ ਵੀ ਜੋ ਸਾਰਿਆਂ ਨਾਲੋਂ ਉੱਚੀ ਤੇ ਟਲ ਪਦਵੀ ਨਾ, ਉਹ ਤੈਨੂੰ ਹੁਣ ਪ੍ਰਾਪਤ ਹੋ ਜਾਣੀ ਹੈ। ਕੋ ਨਹਿ ਜਹ ਸੁਰ ਅਸੁਰ ਪਹੁੰਚਾ। ਜੇ ਸਹਿਓ ਜੀ ਪਟਲ ਪਦਵੀ ਤੇ ਅੱਜ ਤੱਕ ਨਾ ਕੋਈ ਦੇਵਤਾ, ਨਾ ਕੋਈ ਦੈਂਤ, ਰਿਸ਼ੀ ਮੁਨੀ, ਮਹਾਤਮਾ, ਪੀਰ ਪਕੰਬਰ ਔਲੀਆ ਕੋਈ ਵੀ ਪਹੁੰਚ ਨਹੀਂ ਸਕਿਆ। ਮਾਰ ਤੰਡ ਗ੍ਰਹਿ ਸੋਮ ਨਛਤਰਾ। ਵਿਸ਼ਨੂੰ ਭਗਵਾਨ ਜੀ ਦਇਆ ਦੇ ਘਰ ਦੇ ਵਿੱਚ ਆ ਕੇ ਵਰਦਾਨ ਬਖਸ਼ਣ ਲੱਗ ਪਏ। ਆਪਣੇ ਪਿਆਰੇ ਭਗਤ ਧਰੂ ਜੀ ਨੂੰ ਕਹਿਣ ਲੱਗੇ ਵੀ ਆ ਦੇਖ ਲੈ, ਜਿਹੜੇ ਤਾਰੇ ਚਮਕ ਰਹੇ ਨੇ ਆਕਾਸ਼ ਦੇ ਵਿੱਚ, ਇਸੇ ਤਰ੍ਹਾਂ ਸੂਰਜ ਦੇਵਤਾ ਦਿਨ ਦੇ ਟਾਈਮ 'ਤੇ ਰੋਸ਼ਨੀ ਕਰਦਾ ਹੈ ਔਰ ਚੰਦਰਮਾ ਦੇਵਤਾ ਹੈ ਰਾਤ ਦੇ ਟਾਈਮ 'ਤੇ ਚੜਿਆ ਕਰਦਾ। ਮਾਰ ਤੰਡ ਗ੍ਰਹਿ ਸੋਮ ਨਛਤਰਾ। ਇਸੇ ਤਰ੍ਹਾਂ ਸੂਰਜ ਵੀ, ਚੰਦਰਮਾ ਵੀ
ਆ ਜਿਹੜੇ 9 ਗ੍ਰਹਿ ਮੰਨੇ ਜਾਂਦੇ ਹਨ। ਸਭ ਹੈ ਪ੍ਰਦਛਨ ਕਰਹਿ ਪਵਿੱਤਰਾ। ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ ਵੀ ਇਹ ਸਾਰੇ ਨਾ ਤੇਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਸਦਾ ਵਾਸਤੇ ਪ੍ਰਕਰਮ ਕਰਦੇ ਰਹਿਣਾ ਹੈ। ਤਬ ਪਿਤ ਤਪ ਹਿਤ ਜਬ ਬਨ ਜਾਈ। ਪਰ ਜਦੋਂ ਤੇਰੇ ਪਿਤਾ ਨੇ ਇਹੋ ਜੀ ਤਪੱਸਿਆ ਇਹੋ ਜਿਹਾ ਤਪ ਕਰਨ ਵਾਸਤੇ ਰੋਈਆਂ ਬਿਆਬਾਨਾ ਜੰਗਲਾਂ ਦੇ ਵੱਲ ਚਲੇ ਜਾਣਾ। ਰਾਜ ਸਮਰਪਹਿ ਤੁਝਹਿ ਬਨਾਈ। ਆ ਜਿਹੜਾ ਰਾਜ ਪਾਕ ਇਹ ਸਾਰਾ ਹੀ ਫਿਰ ਤੈਨੂੰ ਉਹਨੇ ਆਪਣੇ ਆਪ ਹੀ ਬਖਸ਼ ਦੇਣਾ ਨਾ। ਹੁਣ ਤਾਂ ਤੈਂ ਆਪਣੇ ਰਾਜ ਭਾਗ ਦੀ ਮਨ ਦੇ ਵਿੱਚ ਇੱਛਾ ਰੱਖ ਕੇ ਮੇਰੀ ਹੋ ਜੀ ਭਗਤੀ ਇਹੋ ਜੀ ਤਪੱਸਿਆ ਕਰਦਿਆਂ ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ ਤੈਂ ਮੈਨੂੰ ਬੜਾ ਪ੍ਰਸੰਨ ਬੜਾ ਖੁਸ਼ ਕਰ ਲਿਆ। ਹੁਣ ਜਿਸ ਪ੍ਰਕਾਰ ਭਗਵਾਨ ਜੀ ਨੇ ਆਪਣੇ ਪਿਆਰੇ ਭਗਤ ਦੀ ਇੱਛਾ ਪੂਰੀ ਕਰਨੀ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਤਬ ਪਿਤ ਤਪ ਹਿਤ ਜਬ ਬਨ ਜਾਈ। ਰਾਜ ਸਮਰਪਹਿ ਤੁਝਹਿ ਬਨਾਈ। ਤਬ ਪਿਤ ਤਪ ਹਿਤ ਜਬ ਬਨ ਜਾਈ। ਰਾਜ ਸਮਰਪਹਿ ਤੁਝਹਿ ਬਨਾਈ। ਇਹ ਚੌਥੇ ਪਾਰ ਬ੍ਰਹਮ ਅਗਨਾਸੀ ਅਗਨਾ